ਅੱਜ ਤੁਹਾਡੇ रूबरू होने का जिहड़ा मुख मकसद है, पिछले दिनों दे विच जो देश के राष्ट्रपति की जिहड़ी चोण हुई सी उस दे विच पंजाब दीयां मंगां नूं लैके, पंजाब दे मसलिਆਂ नूं लैके, पंजाबियां दे मसलिਆਂ नूं लैके, खास तौर ते सिख कौम दे जिहड़े मसले ने उन्हां नूं लैके अते हलके दाखे दे लोकां दी सलाह करन उपरंत अपनी ज़मीर नाल जो फैसला लिया गया सी चोण बाईकट करन दा, उस तो बाद जो ਉਹਦਾ ਸਾਨੂੰ ਲੋਕਾਂ ਵੱਲੋਂ ਸਮਰਥਨ ਮਿਲਿਆ, ਸਾਡੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਜਿੰਨੇ NRI ਭੈਣ ਭਰਾ ਨੇ, ਸਾਡੇ ਜਿੰਨੇ ਸਿੱਖ ਬੁੱਧੀਜੀਵੀ ਨੇ, ਸਿੱਖ ਪ੍ਰਚਾਰਕ ਨੇ, ਉਹਦੇ ਨਾਲ ਹੀ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ, ਈਵਨ ਲੇਖਕ, ਕਵੀ ਅਤੇ ਮੇਰੇ ਹਲਕੇ ਦੇ ਸਾਰੇ ਹੀ ਜਿਹੜੇ ਸਾਡੇ ਸਪੋਰਟਰ ਵਰਕਰ ਅਤੇ ਇੱਥੋਂ ਤੱਕ ਕਿ ਜਿਹੜੇ ਵੋਟਰ ਨੇ ਤੇ ਉਹਦੇ ਨਾਲ ਹੀ ਜਿਹੜੇ ਸਾਡੇ ਵਿਰੋਧੀ ਕਿਸੇ ਟਾਈਮ हल्के च विचरदे आ लंबा समा हो गया, कुछ छोटी मोटियां गुस्से हो जाते हैं, किते साडे तो गलती हो जाती है, किसी दूसरे तो हो जाती है, कोई पिंड दी चोण दा मुद्दा हुंदा जां छोटे मोटे मुद्दਿਆਂ ਨੂੰ ਲੈ ਕੇ कई बार कुछ नाराज़गियां कुछ साडिਆਂ ਨਾਲ ਜਿਹੜੇ ਸਾਡੇ बड़े नेड़े रहे ਤੇ ਅੱਜ ਕਿਤੇ ਉਹ ਸਾਡੇ ਨਾਲ नहीं हैगे, ਉਹਨਾਂ ਦੇ ਵੀ ਸਾਨੂੰ ਕਈਆਂ ਨੇ ਸਟੇਟਮੈਂਟਾਂ ਦਿੱਤੀਆਂ ਨੇ ਅਤੇ ਕਈਆਂ ਨੇ ਫੋਨ ਕਰਕੇ इस फैसले का स्वागत भी किया ते आने वाले समय सारे गिले शिकवे भुला के साथ देने का भी जो उन्होंने सानू विश्वास जताया, इसलिए मैं उन्होंने सारिਆਂ ਦਾ धन्यवाद करदा। ਅਤੇ मैं इस गल की कई बार सातों काम करदिਆਂ तो कई बार किसी का कोई मन दुखाया गया होवे, कोई किसी ते गलत कोई फैसला लिया गया होवे, उस गल की मैं माफ़ी भी चाहुंदा, क्योंकि राजनीति च काफ़ी समय तो श्रोमणी अकाली दल च काम करदे ते एक एजेंडा तो पहले दिन तो ही निष्काम सीगा कि राजनीति दे विच लोकां दे भले लई आए सीगे, लेकिन किते ना किते जदों तुसीं शुरुआत हुंदी आ करदे हो, शुरुआत दे विच कुछ तुहाडी उम्र भी उदां दी हुंदी आ, कई बार कोई फैसले ले जांदे आ जां तुहानूं लगदा भी शायद तुसीं चौधरली राजनीति च आए हो, लेकिन जदों समय दे नाल ही समय ਦੇ ਨਾਲ ਤੁਸੀਂ ਬੁੱਧੀਜੀਵੀ ਵਰਗ ਨੂੰ ਮਿਲਦੇ ਹੋ, ਉਹਨਾਂ ਲੋਕਾਂ ਨੂੰ ਮਿਲਦੇ ਹੋ, ਮਹਾਂਪੁਰਸ਼ਾਂ ਨੂੰ ਮਿਲਦੇ ਹੋ ਤੇ ਜਦੋਂ ਗੁਰੂ ਦੇ ਲੜ ਲੱਗ ਜਾਂਦੇ ਆ ਫਿਰ ਸਮੇਂ ਨਾਲ ਕੋਈ ਤਬਦੀਲੀਆਂ ਵੀ ਆ ਜਾਂਦੀਆਂ ਨੇ। ਸੋ ਅੱਜ ਮੈਂ ਸਮਝਦਾ ਕਿ ਅੱਜ ਸੋਚ 'ਚ ਵੱਡੀ ਤਬਦੀਲੀ ਆਈ ਹੋਈ ਆ ਕਿ ਹੁਣ 3 ਵਾਰ ਜੇ MLA ਬਣ ਗਏ ਤੇ ਜੇ 3 ਵਾਰ ਬਣ ਕੇ ਵੀ ਅਸੀਂ ਉਸ ਤਰ੍ਹਾਂ ਦੇ ਕੰਮ, ਠੀਕ ਆ, ਪਿਛਲੇ ਟਾਈਮ ਦੇ ਵਿੱਚ ਵੀ ਬੜੇ ਡਿਵੈਲਪਮੈਂਟ ਦੇ ਕੰਮ ਕੀਤੇ, ਪਰਮਾਤਮਾ ਨੇ ਇਹੋ ਜਿਹੇ ਕੰਮ ਕਰਵਾਏ ਤੇ ਜਿਹੜੇ ਸ਼ਾਇਦ ਕਿਸੇ ਹੋਰ ਹਲਕੇ 'ਚ ਨਾ ਹੋਏ ਹੋਣ, ਤੇ ਲੇਕਿਨ 3 ਵਾਰ ਬਣ ਕੇ ਵੀ ਜੇ ਅਸੀਂ ਹੋਰ ਵੀ ਵਧੀਆ ਕੰਮ ਨਾ ਕਰ ਸਕੇ ਤਾਂ ਮੈਂ 4 ਵਾਰ ਬਣ ਕੇ ਬੜਾ ਫਰਕ ਨਹੀਂ ਪੈਣਾ। ਸੋ ਇਸ ਲਈ ਹੁਣ ਜਿਹੜਾ ਏਜੰਡਾ ਹੈਗਾ ਬਿਲਕੁਲ ਨਿਸ਼ਕਾਮ ਹੈਗਾ ਵਾ ਵੀ ਲੋਕਾਂ ਦਾ ਭਲਾ ਹੈਗਾ। ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਆਇਆ ਅਸੀਂ ਦੇਖਿਆ ਕਿ ਬੜਾ ਪ੍ਰਚਾਰ ਹੋਇਆ ਸੱਚਾ ਝੂਠਾ, ਤੇ ਉਦੋਂ ਇੱਕ ਜਿਹੜੇ ਲੀਡਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਨੇ, ਮੈਂ ਕਹਿੰਦਾ ਵੀ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ, ਕੁਝ ਮਾੜੇ ਵੀ ਹੋਣਗੇ, ਲੇਕਿਨ ਕਈ ਵਾਰ ਅਸੀਂ ਸਾਰਿਆਂ ਨੂੰ ਇੱਕੋ ਹੀ ਰਸੇ ਬੰਨ੍ਹ ਦਿੰਦੇ ਆ ਕਿ ਸਾਰੇ ਲੀਡਰ ਚੋਰ ਨੇ ਜੀ, ਜੇ ਨੇ ਉਹ ਨੇ, ਕਰਪਟ ਨੇ ਜੀ। ਸੋ ਉਸ ਸਮੇਂ ਦੇ ਵਿੱਚ ਕਿਉਂਕਿ ਰਾਜਨੀਤੀ 'ਚ ਆਉਣ ਦਾ ਮਕਸਦ ਤਾਂ ਇਹ ਸੀ ਵੀ ਤੁਹਾਡਾ ਮਾਣ ਸਨਮਾਨ ਵਧੇ, ਤੇ ਲੇਕਿਨ ਜਦੋਂ ਇਦਾਂ ਦੀਆਂ ਗੱਲਾਂ ਆਈਆਂ ਤਾਂ ਕਈ ਵਾਰ ਮਨ 'ਚ ਆਇਆ ਕਿ ਕਿਉਂ ਨਾ ਇਸ ਰਾਜਨੀਤੀ ਤੋਂ ਲਾਂਭੇ ਹੋ ਕੇ ਜੇ ਆਪਾਂ ਸੇਵਾ ਹੀ ਕਰਨੀ ਆ ਤਾਂ ਇੱਕ ਵੈਸੇ ਹੀ ਕੋਈ ਸੰਸਥਾ ਬਣਾ ਕੇ, ਟਰਸਟ ਬਣਾ ਕੇ, NGO ਬਣਾ ਕੇ ਲੋਕਾਂ ਦੀ ਸੇਵਾ ਕੀਤੀ ਜਾਵੇ। ਲੇਕਿਨ ਜਦੋਂ ਤੁਸੀਂ ਇਸ ਲਾਈਨ 'ਚ ਆ ਜਾਂਦੇ ਹੋ ਆਪਣੀ ਮਰਜ਼ੀ ਨਾਲ ਤੁਸੀਂ ਬਾਹਰ ਨਹੀਂ ਹੋ ਸਕਦੇ, ਕਿਉਂਕਿ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਨੇ। ਪਿਛਲੇ ਟਾਈਮ ਦੇ ਵਿੱਚ ਮੇਰਾ ਮਨ ਸੀਗਾ ਕਿ ਮੈਂ ਰਾਜਨੀਤੀ ਤੋਂ ਲਾਂਭੇ ਹੋਵਾਂ ਤਾਂ ਫਿਰ ਜਿਮਨੀ ਚੋਣ ਆ ਗਈ, ਉਹ ਜਿਮਨੀ ਚੋਣ ਸਰਕਾਰ ਨਾਲ ਲੜਾਈ ਸੀਗੀ ਤੇ ਫਿਰ ਮੈਦਾਨ ਛੱਡ ਕੇ ਭੱਜਿਆ ਨਹੀਂ ਜਾ ਸਕਦਾ ਸੀਗਾ, ਤਾਂ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਮੈਦਾਨ 'ਚ ਡਟੇ ਤੇ ਗੁਰੂ ਦੀ ਮਿਹਰ ਹੋਈ ਤੇ ਲੋਕਾਂ ਦਾ ਸਾਥ ਮਿਲਿਆ, ਬੜੀ ਧੱਕੇਸ਼ਾਹੀਆਂ ਦੇ ਬਾਵਜੂਦ ਕਾਮਯਾਬੀ ਹਾਸਲ ਹੋਈ। ਅਤੇ ਉਸ ਤੋਂ ਬਾਅਦ ਮੇਰੇ ਮਨ 'ਚ ਫਿਰ ਆਇਆ ਕਿ ਹੁਣ ਇੱਕ ਸਟੇਟਮੈਂਟ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਸ਼ਕਾਮ ਲੋਕਾਂ ਦੀ ਸੇਵਾ ਕਰੀਏ। ਠੀਕ ਆ, 2 ਵਾਰ MLA ਬਣ ਗਏ ਤੇ ਜਦੋਂ ਮਕਸਦ ਹੀ ਲੋਕਾਂ ਦੀ ਸੇਵਾ ਤਾਂ ਕਿਸੇ ਤੋਂ ਕਿਉਂ ਕਹਾਈਏ, ਤੇ ਆਉਣ ਵਾਲੇ ਸਮੇਂ ਚੋਣ ਨਾ ਲੜ ਕੇ ਲੋਕਾਂ ਦੀ ਸੇਵਾ ਕਰੀਏ। ਲੇਕਿਨ ਦੂਜੇ ਪਾਸੇ ਜਿਹੜੇ ਚੋਣ ਹਾਰੇ ਸੀਗੇ ਉਹਨਾਂ ਨੇ ਮਨ ਬਣਾ ਲਿਆ ਵੀ ਧੱਕੇ ਨਾਲ ਵਰਕਰਾਂ ਤੇ ਪਰਚੇ ਦੇ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਅਸੀਂ ਅਗਲੀ ਚੋਣ ਜਿੱਤਣੀ ਆ। ਤਾਂ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਜੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਛੱਡਿਆ ਤੇ ਜਿਨ੍ਹਾਂ ਨੇ ਸਰਕਾਰ ਦੇ ਵਿਰੁੱਧ ਲੜਾਈ ਸਾਡਾ ਸਾਥ ਦਿੱਤਾ, ਤਾਂ ਫਿਰ ਲੋਕ ਕਹਿਣਗੇ ਮੈਦਾਨ ਛੱਡ ਗਿਆ, ਡਰ ਗਿਆ, ਪਤਾ ਨਹੀਂ। ਤਾਂ ਫਿਰ ਫੈਸਲਾ ਲਿਆ ਵੀ ਨਹੀਂ, 2022 ਵਾਲੀ ਚੋਣ ਤਕੜੇ ਹੋ ਕੇ ਲੜੀਏ।
ਅਤੇ ਫਿਰ ਉਹ ਚੋਣ ਲੜੀ, ਲੋਕਾਂ ਦਾ ਸਾਥ, ਪਰਮਾਤਮਾ ਦੀ ਮਿਹਰ, ਗੁਰੂ ਦੀ ਮਿਹਰ ਹੋਈ, ਫਿਰ ਕਾਮਯਾਬੀ ਹਾਸਲ ਹੋਈ। ਅਤੇ ਉਹ ਜਦੋਂ ਰਿਜ਼ਲਟ ਆਇਆ, ਸ਼੍ਰੋਮਣੀ ਅਕਾਲੀ ਦਲ ਸਾਡੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ, ਖੇਤਰੀ ਪਾਰਟੀ ਆ ਪੰਜਾਬ ਦੀ, ਉਹਦੇ ਵਿੱਚ ਦਾਸ ਨੂੰ ਇਕੱਲਾ ਮੌਕਾ ਮਿਲਿਆ ਇੱਕ ਦਸਤਾਰਧਾਰੀ ਸਿੱਖ ਹੋ ਕੇ ਵਿਧਾਨ ਸਭਾ ਜਾਣ ਦਾ, ਤਾਂ ਮੇਰੇ ਮਨ ਦੇ ਵਿੱਚ ਜ਼ਰੂਰ ਆਇਆ ਵੀ ਕਿਉਂ ਨਾ ਇਸ ਸੰਸਥਾ ਨੂੰ ਮਜ਼ਬੂਤ ਕਰਨ ਦੇ ਲਈ ਨਿਸ਼ਕਾਮ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕੀਤੀ ਜਾਵੇ, ਲੜਾਈ ਲੜੀ ਜਾਵੇ। ਸੋ ਪਿਛਲੇ ਸਮੇਂ 'ਚ ਇੱਕ ਕਮੇਟੀ ਬਣਾਈ ਗਈ ਝੁੰਦਾ ਸਾਹਿਬ ਦੀ ਅਗਵਾਈ ਦੇ ਵਿੱਚ, ਉਹ 100 ਹਲਕਿਆਂ ਦੇ ਵਿੱਚ ਕਮੇਟੀ ਗਈ। ਜੋ ਸਾਨੂੰ ਵਰਕਰਾਂ ਨੇ ਫੀਡਬੈਕ ਦਿੱਤਾ, ਉਹ ਬਹੁਤ ਗੱਲਾਂ ਉਹਦੇ 'ਚ ਦਰਜ ਕੀਤੀਆਂ ਗਈਆਂ ਰਿਪੋਰਟ ਦੇ ਵਿੱਚ, ਕੁਝ ਰਹਿੰਦੀਆਂ ਵੀ ਹੋਣਗੀਆਂ, ਨਹੀਂ ਵੀ ਕੀਤੀਆਂ ਗਈਆਂ, ਲੇਕਿਨ ਮੈਂ ਜਾ ਕੇ ਪ੍ਰਧਾਨ ਜੀ ਨਾਲ ਉਹਦੇ ਬਾਰੇ ਗੱਲ ਕੀਤੀ, ਉਹਨਾਂ ਨੂੰ ਸੁਝਾਅ ਦਿੱਤੇ ਕਿ ਇਸ ਢੰਗ ਦੇ ਨਾਲ ਵਰਕਰਾਂ ਦੀ ਆਵਾਜ਼ ਆ ਤੇ ਆਪਾਂ ਇਹਨਾਂ ਇਸ ਢੰਗ ਨਾਲ ਫੈਸਲੇ ਲਈਏ ਤੇ ਪਾਰਟੀ ਮਜ਼ਬੂਤ ਹੋਵੇ। ਠੀਕ ਆ, ਉਹਦੇ ਤੇ ਜੇ ਅਮਲ ਹੋ ਜਾਵੇ, ਉਹ ਜਿਹੜੇ ਸੁਝਾਅ ਨੇ, ਕਿਉਂਕਿ ਅੱਜ ਵੀ ਆ ਜਿਹੜਾ ਰਾਸ਼ਟਰਪਤੀ ਚੋਣ ਬਾਈਕਾਟ ਕੀਤਾ ਗਿਆ, ਉਸ ਤੋਂ ਉਹ ਜੋ ਸਟੈਂਡ ਲਿਆ ਗਿਆ, ਉਹ ਤੇ ਮੈਂ ਅੱਜ ਵੀ ਕਾਇਮ ਆ ਪੂਰਾ। ਤੇ ਉਹਦੇ ਅੱਜ ਵੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ, ਪ੍ਰਧਾਨ ਜੀ ਨਾਲ ਮੀਟਿੰਗ ਵੀ ਹੋਈ ਆ, ਕਿਉਂਕਿ ਨਿੱਜੀ ਦਾ ਕੋਈ ਏਜੰਡਾ ਹੀ ਹੈ ਨਹੀਂ, ਨਾ ਨਿੱਜੀ ਕੋਈ ਰੌਲਾ ਵਾ, ਨਾ ਕੋਈ ਅਹੁਦੇ ਦਾ ਮਸਲਾ ਵਾ। ਮੇਰੇ ਕੋਲ ਤਾਂ ਆਲਰੇਡੀ MLA ਆ, ਵਿਧਾਨ ਸਭਾ ਦੇ ਵਿੱਚ ਪਾਰਟੀ ਦੀ ਲੀਡਰ ਹੈਗਾ। ਸੋ ਮਸਲਾ ਤਾਂ ਇੱਕੋ ਇੱਕ ਏਜੰਡਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਿੱਦਾਂ ਮਜ਼ਬੂਤ ਕਰੀਏ। ਇਹ ਪਾਰਟੀ ਕਿਉਂਕਿ ਖੇਤਰੀ ਪਾਰਟੀ ਆ, ਪੰਜਾਬ ਦੇ ਹੱਕਾਂ ਲਈ ਇਹ ਪਾਰਟੀ ਬਹੁਤ ਵਧੀਆ ਢੰਗ ਨਾਲ ਲੜ ਸਕਦੀ ਆ। ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ, ਉਹਨਾਂ ਦੇ ਦੂਜੇ ਸੂਬਿਆਂ ਪ੍ਰਤੀ ਵੀ ਨੇ, ਉਹ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਇਹ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਆ। ਸੋ ਇਸ ਲਈ ਕਿਵੇਂ ਨਾ ਕਿਵੇਂ, ਕਈ ਵਾਰ ਬੜੀਆਂ ਅਫਵਾਹਾਂ ਹੁੰਦੀਆਂ ਵੀ ਸ਼ਾਇਦ ਪਤਾ ਨਹੀਂ ਮੈਂ ਕਿਸੇ ਹੋਰ ਪਾਰਟੀ ਜਾਣਾ ਚਾਹੁੰਦਾ ਜਾਂ ਮੈਨੂੰ ਕੋਈ ਲਾਲਚ ਆ। ਸੋ ਬੜੀ ਪਰਮਾਤਮਾ ਦੀ ਮਿਹਰ ਆ। ਸੋ ਏਜੰਡਾ ਸਿਰਫ ਸਾਫ਼ ਹੈਗਾ ਕਿ ਇਸ ਪਾਰਟੀ ਦੀ ਮਜ਼ਬੂਤੀ, ਨਿਸ਼ਕਾਮ ਲੋਕਾਂ ਦੀ ਜਿਹੜੀ ਸੇਵਾ ਹੈਗੀ ਉਹ ਕਰਨੀ ਆ, ਅਤੇ ਹਰ ਇੱਕ ਦਾ ਬਿਨਾਂ ਕਿਸੇ ਭੇਦਭਾਵ ਤੋਂ, ਚਾਹੇ ਕਿਸੇ ਨੇ ਪਿਛਲੇ ਸਮੇਂ ਸਾਡਾ ਸਾਥ ਦਿੱਤਾ ਚਾਹੇ ਨਹੀਂ ਦਿੱਤਾ, ਇਹ ਨਹੀਂ ਕਿ ਵੋਟਾਂ ਜਿਨ੍ਹਾਂ ਨੇ ਪਾਈਆਂ, ਸੋ ਹਰ ਇੱਕ ਨੂੰ ਇਨਸਾਫ ਦੇਣਾ ਸਾਡੀ ਜ਼ਿੰਮੇਵਾਰੀ ਆ। ਸੋ ਪੂਰੀ ਨਿਸ਼ਕਾਮ ਹੋ ਕੇ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ। ਪਰਮਾਤਮਾ ਮਿਹਰ ਕਰੇ, ਤਕੜੇ ਹੋ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਸੇਵਾ ਦੇ ਵਿੱਚ, ਲੋਕਾਂ ਦੇ ਭਲੇ ਦੇ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਜਿੰਨਾ ਵੀ ਹੋ ਸਕਦਾ ਵੱਧ ਚੜ੍ਹ ਕੇ ਅਸੀਂ ਇਹ ਕੰਮ ਕਰੀਏ। ਸੋ ਸਾਰਿਆਂ ਦਾ ਧੰਨਵਾਦ, ਤੁਸੀਂ ਬੜਾ ਸਹਿਯੋਗ ਦਿੱਤਾ, ਮੀਡੀਆ ਨੇ ਬੜਾ ਸਹਿਯੋਗ ਦਿੱਤਾ। ਸੋ ਕਿਸੇ ਦੇ ਨਾਲ ਵੀ ਕੋਈ ਜਾਤੀ ਵਿਰੋਧ ਨਹੀਂ, ਕਿਸੇ ਦਾ ਕੋਈ ਰੌਲਾ ਨਹੀਂ, ਕਿਸੇ ਦਾ ਮਾੜਾ ਕਰਨਾ ਕਿ ਸੋਚਣਾ ਵੀ ਮੈਂ ਸਮਝਦਾ ਕਿ ਬੜੀ ਦੂਰ ਦੀ ਗੱਲ ਆ, ਸੋਚਿਆ ਵੀ ਨਹੀਂ ਜਾ ਸਕਦਾ। ਸੋ ਇਸ ਲਈ ਇੱਕ ਨਵੀਂ ਸ਼ੁਰੂਆਤ ਰਾਜਨੀਤੀ ਦੇ ਵਿੱਚ ਆਪਾਂ ਇੱਕ ਪੋਜ਼ਿਟਿਵ ਸੋਚ ਲੈ ਕੇ ਚੱਲੀਏ, ਕਿਉਂਕਿ ਰਾਜਨੀਤੀ ਸਾਰਿਆਂ ਦਾ ਹੀ ਏਜੰਡਾ ਤਕਰੀਬਨ ਭਲਾ ਹੁੰਦਾ, ਲੋਕਾਂ ਦਾ ਭਲਾ, ਸਮਾਜ ਦਾ ਭਲਾ, ਪੰਜਾਬ ਦਾ ਭਲਾ। ਸੋ ਇਹਦੇ ਵਿੱਚ ਆਪਾਂ ਜਿਹੜੀਆਂ ਪਿਛਲੇ ਸਮੇਂ 'ਚ ਨਿੱਜੀ ਤੌਰ ਤੇ ਬੜੀਆਂ ਦੂਸ਼ਣਬਾਜ਼ੀਆਂ ਹੋਈਆਂ ਨੇ, ਉਹਨਾਂ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਭਲੇ ਦੀ ਗੱਲ, ਜੇ ਕੋਈ ਵੀ ਕਰਦਾ, ਸਾਡਾ ਵਿਰੋਧੀ ਵੀ ਕਰਦਾ, ਕੋਈ ਚੰਗੀ ਗੱਲ ਕਰਦਾ, ਉਹਦੇ 'ਚ ਅਸੀਂ ਉਹਨਾਂ ਦਾ ਸਾਥ ਦਈਏ। ਕੋਈ ਸਰਕਾਰ ਚੰਗਾ ਫੈਸਲਾ ਲੈਂਦੀ ਆ, ਉੱਥੇ ਉਹਨਾਂ ਦਾ ਸਮਰਥਨ ਕਰੀਏ, ਜਿੱਥੇ ਕੋਈ ਗਲਤੀ ਆ ਉਸ ਗੱਲ ਨੂੰ ਉਜਾਗਰ ਕਰੀਏ, ਤਾਂ ਜੋ ਇੱਕ ਚੰਗੇ ਸਮਾਜ ਦੀ ਅਸੀਂ ਸਿਰਜਣਾ ਕਰ ਸਕੀਏ, ਇੱਕ ਚੰਗਾ ਜਿਹੜਾ ਅਸੀਂ ਪ੍ਰਸ਼ਾਸਨ ਹੈਗਾ ਉਹ ਲੋਕਾਂ ਨੂੰ ਮੁਹੱਈਆ ਕਰਾ ਸਕੀਏ। ਸੋ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਆ। ਸੋ ਸਾਰਿਆਂ ਦੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।